ਜਦੋਂ ਪੁਲਿਸ ਸਟੇਸ਼ਨ ਲੈ ਗਏ ਨੇ ਕਿੱਦਾਂ ਤਸੱਦਦ ਕੀਤਾ ਗਿਆ, ਜਿਸ ਤਰੀਕੇ ਨਾਲ ਲੋਕਾਂ ਨੇ ਦੱਸਿਆ ਕਿ ਅੰਦਰ ਕੀ ਲਾਠੀ ਚਾਰਜ ਵੀ ਕੀਤਾ ਗਿਆ, ਤੁਹਾਡੇ ਤੇ ਕੁੱਟਿਆ ਵੀ ਗਿਆ? ਮੈਨੂੰ ਪਹਿਲਾਂ ਇਹਨਾਂ ਨੇ ਛੱਡਤਾ ਸੀ ਜੀ ਬੇਲੇਬਲ ਵਾਰੰਟ ਤੇ ਸਾਡੀ 18 ਜਾਣੇ ਦੀ ਟੀਮ ਨੂੰ ਛੱਡਤਾ, ਲੇਕਿਨ ਰਾਤ ਨੂੰ ਪਤਾ ਨਹੀਂ ਜੀ ਬੀਜੇਪੀ ਦਾ ਪੁਲਿਸ ਦੇ ਉੱਤੇ ਕੀ ਪ੍ਰੈਸ਼ਰ ਪੈਂਦਾ ਹੈ ਕਿ ਸਾਨੂੰ ਦੁਬਾਰਾ ਚੱਕ ਕੇ ਲੈ ਜਾਂਦੀ ਹੈ ਜੀ। ਜਦੋਂ ਪੁਲਿਸ ਸਟੇਸ਼ਨ ਲੈ ਕੇ ਗਏ ਨੇ ਉੱਥੇ ਕਿਤੇ ਇਹ ਵੀ ਕਿਹਾ ਗਿਆ ਪੁਲਿਸ ਵਾਲਿਆਂ ਵੱਲੋਂ ਕਿ ਤੁਸੀਂ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਨਹੀਂ ਜਾਣਾ, ਜਾਂ ਫਿਰ ਕਈ ਚੌਂਕਾਂ ਤੇ ਖੜਦੇ ਨੇ ਕਿ ਉੱਥੇ ਵਾਸਤੇ ਤੁਹਾਨੂੰ ਟਾਰਚਰ ਕੀਤਾ ਹੋਇਆ ਕਿ ਨਹੀਂ ਤੁਸੀਂ ਹੁਣ ਜਾਓਗੇ? ਤੁਸੀਂ ਮੈਨੂੰ ਫੜਨਾ ਹੀ ਸੀ ਤੇ ਤੁਸੀਂ ਮੈਨੂੰ ਦੁਬਾਰਾ ਜਮਾਤ ਤੇ ਛੱਡਿਆ ਕਿਉਂ? ਪਹਿਲਾਂ 7:30 ਵਜੇ ਤੁਸੀਂ ਮੈਨੂੰ ਛੱਡਦੇ ਹੋ, ਲੇਕਿਨ 8 ਘੰਟੇ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਕਿ ਸਵੇਰੇ ਮੈਨੂੰ ਤੁਸੀਂ 8 ਵਜੇ ਫਿਰ ਘਰੋਂ ਚੱਕ ਲੈਂਦੇ ਹੋ। ਬੀਜੇਪੀ ਆਪਣਾ ਪ੍ਰਦਰਸ਼ਨ ਕਰੂਗੀ, ਆਪਾਂ ਉਹਨਾਂ ਦਾ ਵਿਰੋਧ ਕਰਾਂਗੇ ਡਟ ਕੇ, ਪਰ ਕਰਾਂਗੇ ਸ਼ਾਂਤੀਮਈ ਤਰੀਕੇ ਨਾਲ ਜਿਸ ਤਰ੍ਹਾਂ ਅੱਜ ਤੱਕ ਅਸੀਂ ਕਰਦੇ ਹਾਂ। ਹੌਸਲੇ ਬੁਲੰਦ ਨੇ ਕਾਇਮ ਨੇ ਜੀ ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਕਿਸਾਨਾਂ ਵੱਲੋਂ ਜੋ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ, ਜੋ ਤਸਵੀਰਾਂ ਸਾਹਮਣੇ ਆਈ ਸੀ, ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦਾ ਵਿਰੋਧ ਜਾਰੀ ਸੀ। ਚੰਡੀਗੜ੍ਹ ਪੁਲਿਸ ਦਾ ਜਦੋਂ ਰੋਡ ਜਾਮ ਕਰਨ ਦੀ ਚੇਤਾਵਨੀ ਦਿੱਤੀ ਸੀ ਕਿ ਰੋਡ ਜਾਮ ਕਰਨੇ ਆ ਮੁੱਲਾਂਪੁਰ ਬੈਰੀਅਰ ਤੇ ਜੀਰਕਪੁਰ ਦਾ ਜੋ ਮੇਨ ਐਂਟਰੀ ਪੁਆਇੰਟ ਹੈ, ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਲੱਗਦਾ ਕਿਤੇ ਨਾ ਕਿਤੇ ਝੁਕਿਆ। ਆਸ਼ਵਾਸਨ ਦਿੱਤਾ ਸੀ ਕਿਸਾਨਾਂ ਨੂੰ ਕਿ ਅਸੀਂ ਜਿਹੜੇ ਪਰਚੇ ਆ ਉਹ ਰੱਦ ਕਰਾਂਗੇ। ਦੂਜੇ ਪਾਸੇ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਬੜੈਲ ਜੇਲ੍ਹ ਦੇ ਵਿੱਚ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਸੀ, ਜੇਲ੍ਹਾਂ ਦੇ ਵਿੱਚ ਡੱਕੇ ਗਏ ਸੀ, ਉਹ ਦੋ ਜਿਹੜੇ ਨੌਜਵਾਨ ਬਾਹਰ ਆਏ ਨੇ ਜੇਲ੍ਹ ਤੋਂ। ਜਦੋਂ ਘਟਨਾ ਵਾਪਰੀ ਹੈ ਸੈਕਟਰ 48 ਦੇ ਵਿੱਚ, ਕੀ ਸੀ ਪੂਰਾ ਮਾਮਲਾ? ਅਰੈਸਟ ਕਿਹੜੇ ਕੇਸ ਦੇ ਵਿੱਚ ਤੁਹਾਨੂੰ ਕੀਤਾ? ਇਹ ਅਰੈਸਟ ਇਹਨਾਂ ਨੇ ਬੀਜੇਪੀ ਤੇ ਆਪਣੀ RSS ਦੀ ਟੀਮ ਤੋਂ ਆਪਣੀ ਗੱਡੀਆਂ ਤੇ ਪਬਲਿਸਿਟੀ ਲੈਣ ਲਈ ਇਹਨਾਂ ਨੇ ਆਪਣੇ ਆਪ ਪਥਰਾਵ ਕਰਾ ਲਿਆ, ਠੀਕ ਹੈ। ਮੁੜ ਕੇ ਇਹਨਾਂ ਨੇ ਸਾਰਾ ਦੋਸ਼ ਸਾਡੇ ਅੰਦੋਲਨ ਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਮਜ਼ਦੂਰ ਭਰਾਵਾਂ ਨੂੰ, ਸਾਡੇ ਸਹਿਯੋਗੀਆਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਸਾਰਾ ਇਲਜ਼ਾਮ ਸਾਡੇ ਸਿਰ ਮਾਰਤਾ ਕਿ ਕਿਸਾਨ ਯੂਨੀਅਨ ਵਾਲਿਆਂ ਦਾ ਇਹ ਕੰਮ ਹੈ, ਲੇਕਿਨ ਇਹ ਬਿਲਕੁਲ ਝੂਠ ਹੈ ਜੀ। ਅਸੀਂ ਅੱਜ ਵੀ ਕਹਿੰਦੇ ਆ, ਕੋਰਟ ਨੇ ਵੀ ਅੱਜ ਇਸ ਗੱਲ ਨੂੰ ਸਵੀਕਾਰਿਆ ਕਿ ਇਹਨਾਂ ਦੇ ਕੋਲੇ ਕੋਈ ਵੀ ਪ੍ਰੂਫ ਇਹੋ ਜਿਹਾ ਨਹੀਂ ਸੀ ਕਿ ਜਿਹਦੇ ਵਿੱਚ ਸਾਡੇ ਕਿਸੇ ਵੀ ਸਾਥੀ ਨੂੰ ਕੋਈ ਇਹੋ ਜਿਹੀ ਹਿੰਸਕ ਵਾਰਦਾਤ ਕਰਦਾ ਇਹਨਾਂ ਨੇ ਵੀਡੀਓਗ੍ਰਾਫੀ 'ਚ ਆਇਆ ਹੋਵੇ। ਕੋਈ ਨਹੀਂ, ਇਹਦਾ ਸਿਰਫ ਇੱਕ ਸਾਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਇਹ ਏਜੰਡੇ ਅਪਣਾਏ ਸੀ। ਅੱਛਾ, ਜਦੋਂ ਪੁਲਿਸ ਸਟੇਸ਼ਨ ਲੈ ਗਏ ਨੇ ਕਿੱਦਾਂ ਤਸੱਦਦ ਕੀਤਾ ਗਿਆ, ਜਿਸ ਤਰੀਕੇ ਨਾਲ ਲੋਕਾਂ ਨੇ ਦੱਸਿਆ ਕਿ ਅੰਦਰ ਕੀ ਲਾਠੀ ਚਾਰਜ ਵੀ ਕੀਤਾ ਗਿਆ, ਤੁਹਾਡੇ ਤੇ ਕੁੱਟਿਆ ਵੀ ਗਿਆ, ਕੋਈ ਇਦਾਂ ਦੀ ਘਟਨਾ? ਫਿਲਹਾਲ ਇਹੋ ਜਿਹਾ ਕੁਝ ਨਹੀਂ ਕੀਤਾ ਗਿਆ ਜੀ। ਸਾਨੂੰ ਤਾਂ ਪਹਿਲਾਂ ਇਹਨਾਂ ਨੇ 18 ਜਣਿਆਂ ਨੂੰ ਬੇਲ ਦੇਤੀ ਸੀ। ਕੋਈ ਟਾਰਚਰ ਕੀਤਾ ਹੋਇਆ ਤੁਹਾਨੂੰ ਅੰਦਰ? ਕੁਝ ਨਹੀਂ ਜੀ, ਕੁਝ ਨਹੀਂ ਕੀਤਾ ਇਹਨਾਂ ਨੇ ਸਾਨੂੰ। ਟਾਰਚਰ ਟੂਚਰ ਇਹੋ ਜਿਹਾ ਕੁਝ ਨਹੀਂ ਹੋਇਆ ਸਾਡੇ ਨਾਲ। ਜਦੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦੇ ਤੁਸੀਂ ਗੱਡੀ 'ਚ ਬੈਠੇ ਹੋਏ, ਇੱਕ ਜਿਹੜੀ ਸਾਡੀ ਬੀਬੀ ਹੈ ਉਹ ਕਹਿ ਰਹੀ ਹੈ ਕਿ ਜ਼ਮਾਨਤ ਤਾਂ ਹੋ ਚੁੱਕੀ ਨੇ, ਫਿਰ ਵੀ ਤੁਸੀਂ ਅਰੈਸਟ ਕਰ ਰਹੇ ਹੋ, ਕੋਈ ਇਦਾਂ ਦਾ ਮਾਮਲਾ? ਬਿਲਕੁਲ ਜੀ, ਮੈਨੂੰ ਪਹਿਲਾਂ ਇਹਨਾਂ ਨੇ ਛੱਡਤਾ ਸੀ ਜੀ ਬੇਲੇਬਲ ਵਾਰੰਟ ਤੇ ਸਾਡੀ 18 ਜਾਣੇ ਦੀ ਟੀਮ ਨੂੰ ਛੱਡਤਾ, ਲੇਕਿਨ ਰਾਤ ਨੂੰ ਪਤਾ ਨਹੀਂ ਜੀ ਬੀਜੇਪੀ ਦਾ ਪੁਲਿਸ ਦੇ ਉੱਤੇ ਕੀ ਪ੍ਰੈਸ਼ਰ ਪੈਂਦਾ ਹੈ ਕਿ ਸਾਨੂੰ ਦੁਬਾਰਾ ਚੱਕ ਕੇ ਲੈ ਜਾਂਦੀ ਹੈ ਜੀ। ਦੁਬਾਰਾ ਚੱਕ ਲੈ ਜੇਲ੍ਹ ਦੇ ਵਿੱਚ ਜਦੋਂ ਜਾਂਦੇ ਆ, ਜੇਲ੍ਹ ਦੇ ਵਿੱਚ ਵੀ ਕੋਈ ਇਦਾਂ ਦੀ ਟਾਰਚਰ ਤਾਂ ਨਹੀਂ ਕੀਤਾ ਜੀ? ਜੇਲ੍ਹ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਐਕਸਪੀਰੀਅੰਸ ਇੰਨਾ ਵਧੀਆ ਰਿਹਾ ਨਾ ਜੀ। ਜਿਹੜਾ ਉਹਨਾਂ ਨੂੰ ਅੰਦਰ ਪਤਾ ਲੱਗਿਆ ਜੀ ਕਿ ਸਾਰੇ ਜੇਲ੍ਹ ਦੇ ਸਰਕਾਰੀ ਅਧਿਕਾਰੀਆਂ ਨੂੰ ਵੀ ਹੋਰ ਆਪਣੇ ਪੁਰਾਣੇ ਸਾਥੀ ਜਿਹੜੇ ਉੱਥੇ ਸਜ਼ਾ ਕੱਟ ਰਹੇ ਨੇ ਜਾਂ ਹਵਾਲਾਤੀ ਨੇ ਜੀ, ਕਿ ਜਦ ਉਹਨਾਂ ਨੂੰ ਪਤਾ ਲੱਗਿਆ ਜੀ ਕਿ ਕਿਸਾਨੀ ਅੰਦੋਲਨ 'ਚ ਆਏ ਨੇ ਜੀ, ਉਹਨਾਂ ਨੇ ਮੈਂ ਕਹਿੰਦਾ ਜੀ ਸਾਨੂੰ ਸਿਰ ਮੱਥੇ ਤੇ ਚੱਕ ਲਿਆ ਜੀ। ਉਹ ਹਰ ਇੱਕ ਸਾਨੂੰ ਮੈਂ ਕਹਿੰਦਾ ਇਸ ਤਰ੍ਹਾਂ ਸਾਡੇ ਲਈ ਸੇਵਾ ਲਈ ਸਾਡੇ ਉੱਤੇ ਜਾਨ ਦੇਣ ਨੂੰ ਤਿਆਰ ਹੋ ਗਏ ਸੀ ਕਿ ਪਤਾ ਨਹੀਂ ਜੀ ਕਿ ਕਿੰਨੇ ਕੁ ਵੱਡੇ ਯੋਧੇ, ਕਿੰਨੇ ਕੁ ਵੱਡੇ ਸੂਰਮੇ ਆਏ ਆ। ਅੱਛਾ, ਜਦੋਂ ਪੁਲਿਸ ਸਟੇਸ਼ਨ ਲੈ ਕੇ ਗਏ ਨੇ ਉੱਥੇ ਕਿਤੇ ਇਹ ਵੀ ਕਿਹਾ ਗਿਆ ਪੁਲਿਸ ਵਾਲਿਆਂ ਵੱਲੋਂ ਕਿ ਤੁਸੀਂ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਨਹੀਂ ਜਾਣਾ, ਜਾਂ ਫਿਰ ਕਈ ਚੌਂਕਾਂ ਤੇ ਖੜਦੇ ਨੇ ਕਿ ਉੱਥੇ ਵਾਸਤੇ ਤੁਹਾਨੂੰ ਟਾਰਚਰ ਕੀਤਾ ਹੋਇਆ ਕਿ ਨਹੀਂ ਤੁਸੀਂ ਹੁਣ ਜਾਓਗੇ? ਦੇਖੋ, ਪੁਲਿਸ ਨੇ ਕੁਝ ਨਹੀਂ ਕਿਹਾ ਇਹੋ ਜਿਹਾ, ਸਾਨੂੰ ਕੋਈ ਟਾਰਚਰ ਨਹੀਂ ਕੀਤਾ ਤੁਸੀਂ ਕਿਤੇ ਨਹੀਂ ਜਾਣਾ, ਕਿਉਂ ਨਹੀਂ ਜਾਣਾ, ਪੁਲਿਸ ਨੇ ਕੁਝ ਨਹੀਂ ਕਿਹਾ। ਲੇਕਿਨ ਹਾਂ, ਇੱਕ ਗੱਲ ਦਾ ਮੈਨੂੰ ਅਜੇ ਵੀ ਪੁਲਿਸ ਤੇ ਥੋੜਾ ਜਿਹਾ ਇਹ ਹੈਗਾ ਕਿ ਮੇਰੇ ਇਸ ਕੁਐਸਚਨ ਦਾ ਜਵਾਬ ਦਿਓ, ਜੇ ਤੁਸੀਂ ਮੈਨੂੰ ਫੜਨਾ ਹੀ ਸੀ ਤੇ ਤੁਸੀਂ ਮੈਨੂੰ ਦੁਬਾਰਾ ਜਮਾਤ ਤੇ ਛੱਡਿਆ ਕਿਉਂ? ਪਹਿਲਾਂ 7:30 ਵਜੇ ਤੁਸੀਂ ਮੈਨੂੰ ਛੱਡਦੇ ਹੋ, ਲੇਕਿਨ 8 ਘੰਟੇ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਕਿ ਸਵੇਰੇ ਮੈਨੂੰ ਤੁਸੀਂ 8 ਵਜੇ ਫਿਰ ਘਰੋਂ ਚੱਕ ਲੈਂਦੇ ਹੋ। ਮੈਨੂੰ ਬਸ ਇੱਕ ਥੋੜਾ ਜਿਹਾ ਹੀ ਗੋਲਮੋਲ ਜਿਹਾ ਲੱਗਦਾ ਕੀ ਚੱਕਰ ਹੈ। ਤੇ ਪੁਲਿਸ ਦੇ ਜਿਹੜਾ ਇਸ ਤੋਂ ਅਰੈਸਟ ਕੀਤਾ, ਜੇਲ੍ਹ ਭੇਜੇਗਾ, ਉਸ ਤੋਂ ਬਾਅਦ ਵੀਕ ਤਾਂ ਨਹੀਂ ਹੋ ਗਏ ਹੁਣ ਕਿਸਾਨੀ ਸੰਘਰਸ਼ ਨਾਲ ਜੁੜੂਗਾ? ਮੈਂ ਕਹਿੰਦਾ ਜੀ ਤੁਸੀਂ ਜਿੱਥੇ ਵੀ ਬੀਜੇਪੀ ਆਪਣਾ ਪ੍ਰਦਰਸ਼ਨ ਕਰੂਗੀ, ਆਪਾਂ ਉਹਨਾਂ ਦਾ ਵਿਰੋਧ ਕਰਾਂਗੇ ਡਟ ਕੇ, ਪਰ ਕਰਾਂਗੇ ਸ਼ਾਂਤੀਮਈ ਤਰੀਕੇ ਨਾਲ ਜਿਸ ਤਰ੍ਹਾਂ ਅੱਜ ਤੱਕ ਅਸੀਂ ਕਰਦੇ ਆਏ ਹਾਂ। ਹੌਸਲੇ ਬੁਲੰਦ ਨੇ ਕਾਇਮ ਨੇ ਜੀ ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਬਿਲਕੁਲ ਬਾਈ ਜੀ, ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਜਿਹੜੇ ਪਰਚੇ ਵੀ ਪਾਏ ਗਏ ਨੇ, ਪਰ ਅੱਜ ਜਿਹੜੀ ਮੀਟਿੰਗ ਹੋਈ ਹੈ ਕਮਲਜੀਤ ਦੇ ਨਾਲ ਸੀ, ਮੀਟਿੰਗ ਹੋਈ ਹੈ, ਉਹਦੇ ਦੱਸਿਆ ਗਿਆ ਕਿ ਜਿੰਨੇ ਪਰਚੇ ਨੇ ਰੱਦ ਕੀਤੇ ਜਾਣਗੇ, ਪਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਮੁੜ ਤੋਂ ਜਿਹੜੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੜ ਤੋਂ ਵੀ ਛਾਪੇਮਾਰੀ ਕਰੀ ਹੈ। ਮੈਨੂੰ ਤਾਂ ਦਿਨੇ ਕੁਛ ਇੰਟੀਮੇਸ਼ਨ, ਰਾਤੀ 9 ਵਜੇ ਦੁਕਾਨ ਤੋਂ ਚੁੱਕਿਆ ਗਿਆ, ਨਾ ਮੈਨੂੰ ਦੱਸਿਆ ਗਿਆ ਕੀ ਗੱਲ ਹੈ ਕੀ ਹੈ, ਕੁਛ ਨਹੀਂ। ਤੁਹਾਨੂੰ ਤੋਂ ਗ੍ਰਿਫਤਾਰ ਕੀਤਾ ਗਿਆ? ਮੈਨੂੰ ਮੇਰੀ ਦੁਕਾਨ ਤੋਂ ਲੈ ਗਏ ਆ, 49 'ਚ ਮੇਰੀ ਦੁਕਾਨ ਹੈ, RS ਇਲੈਕਟ੍ਰੀਕਲ ਦੇ ਨਾਂ ਤੇ, ਉੱਥੋਂ ਲੈ ਕੇ ਗਏ ਨੇ। ਤੁਸੀਂ ਸੈਕਟਰ 48 ਦੇ ਵਿੱਚ ਕਿਹੜੇ ਜਿਹੜੇ ਰੋਪ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ? ਤੁਹਾਨੂੰ ਜੇਲ੍ਹ 'ਚ? ਮੈਂ ਸਿਰਫ ਅੰਦੋਲਨ ਦੇ ਨਾਲ ਗਿਆ ਸੀਗਾ ਤੇ ਉੱਥੇ ਮੇਰੀ ਸੇਵਾ ਸੀਗੀ ਪਾਣੀ ਦੀ,
ਪਾਣੀ ਪਿਲਾਉਣ ਦੀ ਤੇ ਸਫਾਈ ਦੀ, ਉਹ ਸੇਵਾ ਕਰ ਰਿਹਾ ਸੀ ਉੱਥੇ। ਹੋ ਸਕਦਾ ਵੀਡੀਓ ਹੋਏ ਉਹਦੇ 'ਚ ਆਈ ਵੀ, ਉਹਦੇ ਆਧਾਰ ਤੇ ਮੈਨੂੰ ਲੈ ਕੇ ਗਏ। ਤੇ ਜਦੋਂ ਕਿ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਉਸ ਟਾਈਮ ਦੇ ਵਿੱਚ ਕੋਈ ਕੁੱਟਮਾਰ ਵੀ ਕੀਤੀ ਗਈ ਹੈ ਗੱਡੀ ਲਿਜਾਂਦੇ ਹੋਏ, ਜਾਂ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਇਦਾਂ ਦਾ ਮਾਮਲਾ ਹੋਇਆ? ਮੇਰਾ ਐਸਾ ਕੋਈ ਮਾਮਲਾ ਨਹੀਂ ਵੀ ਕੋਈ ਕੁੱਟਮਾਰ ਕਰੀ ਹੋਵੇ। ਮੇਰਾ ਸਿਰਫ ਰੋਲ ਸੀਗਾ ਵੀ ਪਾਣੀ ਪਿਲਾਉਣ ਦਾ ਤੇ ਸਫਾਈ ਦਾ। ਹਾਂ, ਅੱਛਾ, ਸਫਾਈ ਦਾ ਮੇਨ ਸਫਾਈ ਦਾ ਸੀ ਮੇਰੇ ਕੋਲ। ਮੈਂ ਕਰ ਵੀ ਸਫਾਈ ਰਿਹਾ, ਛੋਟਾ ਬ੍ਰਦਰ ਹੈ। ਅੱਛਾ, ਨਹੀਂ ਜਦੋਂ ਥਾਣੇ 'ਚ ਲੈ ਕੇ ਉੱਥੇ ਤਾਂ ਨਹੀਂ ਕੋਈ ਇਦਾਂ ਦੀ ਤਸੱਦਦ ਕੀਤਾ ਗਿਆ? ਨਹੀਂ, ਉੱਥੇ ਕੁਝ ਨਹੀਂ ਹੋਇਆ। ਅੱਛਾ, ਜਿੱਦਾਂ ਲੈ ਕੇ ਆ ਦੁਕਾਨ ਤੋਂ ਲੈ ਕੇ ਨੇ ਬੁਲਾ ਕੇ ਪਿਆਰ ਨਾਲ ਰੱਖਿਆ, ਉੱਥੇ ਐਸਾ ਕੁਝ ਨਹੀਂ ਹੈ। ਜੇਲ੍ਹ ਦੇ ਸਫ਼ਰ ਤੋਂ ਬਾਅਦ ਹੌਸਲੇ ਕਿਤੇ ਡਾਊਨ ਤਾਂ ਨਹੀਂ ਹੋ ਗਏ? ਹੁਣ ਲੜੋਗੇ ਕਿਸਾਨ ਹਿੱਸਾ ਲੈਣ ਵਾਲੇ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਜਿੱਥੇ ਵਿਰੋਧ ਹੁੰਦਾ ਬੀਜੇਪੀ ਦਾ ਰੱਜ ਕੇ ਬੜੈਲ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਜੇਲ੍ਹ ਦੇ ਵਿੱਚ ਭੇਜੇ ਗਏ ਸੀ, ਉਹਨਾਂ ਦੀ ਜ਼ਮਾਨਤ ਲਈ ਖੁੱਡੇ ਲਾਹੌਰੇ ਦੇ ਇੱਕ ਕਿਸਾਨ ਵੀਰ ਨੇ 1 ਲੱਖ ਰੁਪਈਆ ਜਿਹੜਾ ਜ਼ਮਾਨਤ ਦੀ ਰਾਸ਼ੀ ਭਰੀ ਹੈ। ਤੇ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਬਾਈ ਜੀ, ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ, ਦੱਸਿਆ ਜਾ ਰਿਹਾ ਕਿ ਤੁਸੀਂ 1 ਲੱਖ ਰੁਪਈਆ ਜਿਹੜਾ ਬਾਉਂਡ ਕਰਕੇ ਕੀਤਾ ਹੈ, ਤਾਂ ਕਿਵੇਂ ਦੇਖਦੇ ਹੋ ਕਿ ਕਈ ਲੋਕ ਸਰੀਰਕ ਤੌਰ ਤੇ ਤਾਂ ਆ ਜਾਂਦੇ ਨੇ, ਪਰ ਫਾਈਨੈਂਸ਼ੀਅਲੀ ਤੌਰ ਤੇ ਤੁਸੀਂ ਸੇਵਾ ਕੀਤੀ ਹੈ? ਦੇਖੋ ਜੀ, ਅਸੀਂ ਕਿਸਾਨੀ ਸੰਘਰਸ਼ ਨਾਲ ਜੁੜੇ ਹਾਂ। ਇਹਦੀ ਜਗ੍ਹਾ ਸਾਡਾ ਸਗਾ ਭਰਾ ਹੁੰਦਾ, ਇਹ ਭਰਾ ਹੀ ਹੈ। ਸਾਡੀ ਫੈਮਿਲੀ ਜਿਹੜੀ ਬਣੀ ਹੋਈ ਹੈ ਕਿਸਾਨਾਂ ਦੀ, ਇਸ ਕਰਕੇ ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਨਾਲ ਖੜਨਾ ਹੀ ਹੈ। ਇਸ ਕਰਕੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਭਰਾ ਦੇ ਨਾਲ ਖੜੇ ਆ ਤੇ ਉਹਨਾਂ ਦੇ ਜੋ ਵੀ ਬਣਦੀ ਸਾਤੋਂ ਹੈਲਪ ਹੋਈ ਅਸੀਂ ਕੀਤੀ ਹੈ। ਤੇ ਕਿਵੇਂ ਮਨ ਚ ਆਇਆ, ਕਿਉਂਕਿ ਬਹੁਤ ਨੌਜਵਾਨ ਆਉਂਦੇ ਨੇ ਇੱਥੇ, ਕਿ ਤੁਸੀਂ ਆਪਣੇ ਮਨ ਤੋਂ ਸੇਵਾ ਕੀਤੀ ਹੈ ਜਾਂ ਫਿਰ ਕਿਸੇ ਨੇ ਫੋਰਸ ਕੀਤਾ ਕਿ ਯਾਰ ਤੂੰ ਦੇ ਦੇ ਯਾਰ, ਤੇਰੇ ਕੋਲ ਹੋਣੇ ਨੇ? ਦੇਖੋ ਜੀ, ਇਹ ਤਾਂ ਮੈਂ ਪਿਛਲੇ 6 ਮਹੀਨੇ ਤੋਂ ਮਟਕਾ ਚੌਂਕ ਦੇ ਸੰਘਰਸ਼ 'ਚ ਖੜੇ ਆਏ। ਉੱਥੇ ਦਿਨ ਰਾਤ ਅਸੀਂ ਇੱਕ ਕੀਤਾ ਹੋਇਆ ਹੈ ਤੇ ਹੁਣ ਵੀ ਸਾਡਾ ਇਹ ਹੁੰਦਾ ਹੈ ਕਿ ਜਿਹੜਾ ਇਹ ਕਾਰਜ ਹੈ ਇਹ ਕਿਸੇ ਇੱਕ ਦਾ ਨਹੀਂ ਹੈ, ਇਹ ਕਾਰਜ ਸਾਰਿਆਂ ਦਾ ਹੈ। ਰੋਟੀ ਅਸੀਂ ਵੀ ਖਾਂਦੇ ਹਾਂ, ਕਿਸਾਨ ਵੀ ਖਾਂਦੇ ਆ, ਅਸੀਂ ਖੁਦ ਕਿਸਾਨ ਆ ਤੇ ਇਸ ਕਰਕੇ ਸਾਨੂੰ ਮਿਲ ਜੁਲ ਕੇ ਰਹਿਣਾ ਪੈਣਾ। ਤੇ ਜੇ ਸਾਡਾ ਇੱਕ ਭਰਾ ਅੱਜ ਮੁਸੀਬਤ 'ਚ ਹੈ, ਜੇ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਫਿਰ ਕਦੋਂ ਕਿਸੇ ਨਾਲ ਖੜਾਂਗੇ? ਕਿਵੇਂ ਦੇਖਦੇ ਹੋ ਕਿ ਗ੍ਰਿਫਤਾਰੀਆਂ ਹੋਈਆਂ, ਜੇਲ੍ਹ ਦੇ ਵਿੱਚ ਭੇਜੇ ਗਏ ਨੌਜਵਾਨ, ਤਾਂ ਹੁਣ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸਿੰਘੂ ਬਾਰਡਰ ਤੇ ਜਾਂ ਠਿਕਰੀ ਬਾਰਡਰ ਤੇ ਗਾਜਵੀਰ ਬਾਰਡਰ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ, ਕਿ ਚੰਡੀਗੜ੍ਹ ਦੇ ਵਿੱਚ ਉਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਪੁਲਿਸ? ਦੇਖੋ, ਬਿਲਕੁਲ ਜਿਹੜੀ ਪਰਸੋਂ ਦਾ ਇਨਸੀਡੈਂਟ ਹੈਗਾ ਇਹ 10 ਵਜੇ ਆਪਣਾ ਇਨਸੀਡੈਂਟ ਹੁੰਦਾ ਤੇ ਆਪਣਾ 2 ਵਜੇ FIR ਲੌਜ ਹੁੰਦੀ ਹੈ। FIR 2 ਵਜੇ ਹੁੰਦੀ ਹੈ। ਜਿਹੜੀ 2 ਵਜੇ FIR ਦਰਜ ਹੁੰਦੀ ਹੈ ਉਹ ਸਾਰੀ ਬੇਲੇਬਲ ਅਫੈਂਸਿਸ ਆ। ਉਹਦੇ 'ਚ ਪੁਲਿਸ ਮੌਕੇ ਤੇ ਜ਼ਮਾਨਤ ਲੈ ਸਕਦੀ ਸੀ, ਲੇਕਿਨ ਪੁਲਿਸ ਨੇ ਉਹਦੇ 'ਚ 21 ਬੰਦਿਆਂ ਦੀ ਗ੍ਰਿਫਤਾਰੀ ਕਰ ਲਈ। ਦੁਬਾਰਾ ਫਿਰ ਧਰਨਾ ਲੱਗਿਆ, ਫਿਰ ਉਹ 21 ਬੰਦੇ 7 ਵਜੇ ਛੱਡੇ ਗਏ, ਸਾਰੇ ਬੇਲੇਬਲ ਅਫੈਂਸਿਸ ਦੇ ਵਿੱਚ। ਉਸ ਤੋਂ ਬਾਅਦ BJP ਦੇ ਪ੍ਰੈਸ਼ਰ ਥੱਲੇ ਆ ਕੇ ਇਹਨਾਂ ਨੇ 353 ਇੱਕ ਜਿਮਨੀ 'ਚ ਐਡ ਕਰਤੀ ਤੇ ਉਹਦੇ ਤਹਿਤ 3 ਨੌਜਵਾਨ ਚੱਕ ਲਏ। ਲੇਕਿਨ ਜਦੋਂ ਅੱਜ ਅਸੀਂ ਬੇਲ ਲਾਈ ਦੇ ਰਿਪਲਾਈ 'ਚ ਜੱਜ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ 353 ਜਿਹੜੀ ਤੁਸੀਂ ਲਾਈ ਹੈ, ਕਿਆ ਇਹ ਨੌਜਵਾਨ ਤੁਹਾਨੂੰ ਕਿਤੇ ਕਿਸੇ CCTV 'ਚ ਕਿਸੇ ਵੀਡੀਓਗ੍ਰਾਫੀ 'ਚ ਇਹ ਵਿੱਚ ਆਏ ਆ? ਉਹ ਕਹਿੰਦੇ ਹਾਂਜੀ। ਉਹਨਾਂ ਨੇ 5-6 CD ਪੇਸ਼ ਕੀਤੀਆਂ, ਕਿਤੇ ਵੀ ਇਹ ਨੌਜਵਾਨ ਕਿਸੇ ਵਾਇਲੈਂਸ 'ਚ ਨਹੀਂ ਦਿਖ ਰਹੇ, ਸ਼ਾਂਤੀ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹੈ। ਕਿਸੇ ਦੇ ਹੱਥ ਦੇ ਵਿੱਚ ਵੀ ਕੋਈ ਪੱਥਰ ਰੋੜਾ ਜਾਂ ਕੋਈ ਡੰਡਾ ਨਹੀਂ ਸੀਗਾ। ਸੋ ਇਸ ਕਰਕੇ ਜਿਹੜਾ ਪੁਲਿਸ ਦੀ ਜੋ ਥਿਊਰੀ ਸੀ ਉਹ ਟੋਟਲ ਫਲੈਟ ਹੋਈ, ਕਿਉਂਕਿ ਇਹ ਨੌਜਵਾਨ ਸਿਰਫ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ। ਔਰ ਇਹਦੇ 'ਚ ਦੱਸਣ ਵਾਲੀ ਗੱਲ ਹੈ ਵੀ ਜਿਹੜੀਆਂ ਗੱਡੀਆਂ ਟੁੱਟੀਆਂ ਉਹ ਮੋਟਰ ਦੇ ਮਾਰਕੀਟ ਦੇ ਅੰਦਰ ਟੁੱਟੀਆਂ, ਉਹ ਟੁੱਟੀਆਂ ਹੀ ਬਾਹਰ ਆਈਆਂ ਤੇ ਜਿਹੜਾ ਪਰਚਾ ਇਹਨਾਂ ਨੌਜਵਾਨਾਂ ਤੇ ਪਾਤਾ। ਪਰ ਵਕੀਲ ਸਾਹਿਬ, ਜਦੋਂ ਤੁਸੀਂ ਕਾਨੂੰਨ ਜਾਣਦੇ ਹੋ, ਪਰ ਜਦੋਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ, ਲੱਗਦਾ ਕਿ ਪੁਲਿਸ ਨੂੰ ਇਹ ਪ੍ਰਯੋਗ ਕਰਨਾ ਚਾਹੀਦਾ ਹੈ ਲਾਠੀ ਚਾਰਜ ਦਾ ਜਾਂ ਇਸ ਤਰ੍ਹਾਂ ਅਰੈਸਟ ਕਰਨ ਦਾ, ਕਿਉਂਕਿ ਕਿਤੇ ਨਾ ਕਿਤੇ ਪੁਲਿਸ ਲੱਗਦਾ ਨਹੀਂ ਕਿ ਮਜਬੂਰ ਹੈ, ਜਦੋਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਵੇ ਤਾਂ ਉਸ ਨੂੰ ਲੈ ਕੇ ਗ੍ਰਿਫਤਾਰੀ ਤਾਂ ਪਾਣੀ ਪੈਣੀ। ਦੇਖੋ, ਜਿਹੜਾ ਲਾਠੀ ਚਾਰਜ ਹੈ ਜਾਂ ਫੋਰਸ ਹੈ, ਫੋਰਸ ਲਾਸਟ ਰਿਜ਼ੋਰਟ ਹੁੰਦੀ ਹੈ। ਜਦੋਂ ਤੁਹਾਡੇ ਕੋਲ ਸਾਰੇ ਵਿਕਲਪ ਖਤਮ ਹੋ ਜਾਣ ਤਾਂ ਹੀ ਤੁਸੀਂ ਕੋਈ ਫੋਰਸੀਬਲ ਐਕਸ਼ਨ ਲੈ ਸਕਦੇ ਹੋ। ਲੇਕਿਨ ਇੱਥੇ ਜਿਹੜਾ ਮਸਲਾ ਸੀਗਾ, ਇੱਥੇ ਮਸਲਾ ਤਾਂ ਮੋਟਰ ਮਾਰਕੀਟ ਦੇ ਅੰਦਰ ਦਾ ਸੀ। ਜਦੋਂ ਅੰਦਰ ਭੰਨ-ਕੁੱਟ ਹੋ ਰਹੀ ਸੀ, ਭੰਨ-ਤੋੜ ਹੋ ਰਹੀ ਸੀ, ਉਦੋਂ ਪੁਲਿਸ ਕਿਉਂ ਨਹੀਂ ਉੱਥੇ ਜਾ ਕੇ ਉਹਨਾਂ ਨੇ ਰੋਕਿਆ? ਤੁਹਾਡੇ ਮੁਤਾਬਕ ਲੱਗਦਾ ਘਟਨਾ ਪੂਰੀ ਬਣਾਈ ਗਈ ਹੈ ਗੱਡੀਆਂ ਤੋੜਨ ਦੀ? ਟੋਟਲ ਬਣਾਈ ਗਈ ਹੈ ਜੀ। ਜੇ ਤੁਸੀਂ ਦੈਨਿਕ ਭਾਸਕਰ ਦਾ ਫਰੰਟ ਕਵਰ ਦੇਖੋ, ਉਹਦੇ 'ਚ BJP ਦੇ ਵਰਕਰ ਪੱਥਰ ਮਾਰਦੇ ਦਿਖ ਰਹੇ ਹੈ। ਸਾਨੂੰ ਇੱਕ ਹਰਿਆਣਾ ਕਰਿਆਨਾ ਸਟੋਰ ਵਾਲਾ ਕੋਈ ਚਿਰਾਗ ਹੈਗਾ, ਉਹਦਾ ਪਤਾ ਲੱਗਿਆ ਉਹ ਇਸ ਵਾਇਲੈਂਸ 'ਚ ਇਨਵੋਲਵ ਹੈ। ਸਾਨੂੰ ਇਸ ਗੱਲ ਦਾ ਗੁਰੇਜ ਹੈ, ਦੁੱਖ ਹੈ ਵੀ ਪੁਲਿਸ ਨੇ ਵੀ ਉਹਨਾਂ 'ਚੋਂ ਕਿਸੇ ਨੌਜਵਾਨ ਦੀ ਹਾਲੇ ਤੱਕ ਕਿਉਂ ਗ੍ਰਿਫਤਾਰੀ ਨਹੀਂ ਪਾਈ। ਸਿਰਫ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੌਜਵਾਨ ਸੀਗੇ ਉਹਨਾਂ ਦੀ ਹੀ ਗ੍ਰਿਫਤਾਰੀ ਕਿਉਂ ਹੁੰਦੀ ਹੈ?
ਕਿਉਂਕਿ ਕਿੰਨੀ ਜਗ੍ਹਾ ਦੇਖਣ ਨੂੰ ਆਇਆ, ਤੁਸੀਂ ਦਿੱਲੀ ਦੇਖਿਆ ਹੋਣਾ, RSS ਵਾਲੇ ਗੁੰਡੇ ਸ਼ਰੇਆਮ ਉੱਥੇ ਲਾਠੀਆਂ ਡੰਡੇ ਲੈ ਕੇ ਉਹਨਾਂ ਨੇ ਅਟੈਕ ਕੀਤੇ, ਅੱਗਾਂ ਲਾਈਆਂ, ਲੇਕਿਨ ਕਿਤੇ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਇੱਥੇ ਪਤਾ ਲੱਗ ਰਿਹਾ ਕਿ BJP ਆਪਣਾ ਜਿਹੜਾ ਸਰਕਾਰੀ ਤੰਤਰ ਹੈ ਉਹਨੂੰ ਇਸਤੇਮਾਲ ਕਰਕੇ ਲੋਕਾਂ ਦਾ ਜ਼ਬਰ ਕਰ ਰਹੀ ਹੈ। ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਜਦੋਂ ਮੀਟਿੰਗ ਹੁੰਦੀ ਹੈ ਕਿਸਾਨ ਆਗੂਆਂ ਦੀ, ਉਹਦੇ ਵਿੱਚ ਕਮਲਜੀਤ ਸਤਨਾਮ ਸਿੰਘ ਟਾਂਡਾ ਹੁੰਦੇ ਨੇ, ਕੀ ਫੈਸਲੇ ਹੋਏ ਨੇ? ਲੋਕਾਂ ਦੀਆਂ ਜਿਹੜੀਆਂ ਬਾਰ-ਬਾਰ ਕਾਲਾਂ ਆ ਰਹੀਆਂ ਸੀ ਕਿ ਫੈਸਲਾ ਕੀ ਹੋਇਆ, ਕਿਉਂਕਿ ਕਈ ਵਾਰ ਕਿਹਾ ਜਾਂਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਮੰਨ ਗਿਆ ਕਿਸਾਨਾਂ ਦੇ ਜਿਹੜੇ ਪਰਚੇ ਰੱਦ ਕਰਨ ਨੂੰ। ਤੇ ਸਤਨਾਮ ਜੀ, ਜਦੋਂ ਜਾਂਦੇ ਹੋ ਮੀਟਿੰਗ ਦੇ ਵਿੱਚ, ਕੀ ਹੋ ਰਿਹਾ ਫੈਸਲਾ ਉੱਥੇ? ਕਿਉਂਕਿ ਜਿਹੜੇ ਰੋਡ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ, ਮੁੱਲਾਪੁਰ ਬੈਰੀਅਰ ਜਾਂ ਫਿਰ ਜ਼ੀਰਕਪੁਰ ਦਾ ਹਾਈਵੇ, ਤਾਂ ਉਹਨੂੰ ਕਿਵੇਂ ਦੇਖਦੇ ਹੋ? ਉਸ ਤੋਂ ਬਾਅਦ ਪ੍ਰਸ਼ਾਸਨ ਲੱਗਦਾ ਕਿ ਝੁਕਿਆ ਕਿਤੇ ਪਰਚੇ ਰੱਦ ਕਰਨ ਨੂੰ ਕਿਹਾ? ਬਿਲਕੁਲ ਝੁਕਿਆ ਜੀ, ਕਿਉਂਕਿ ਇਹ ਜਿਹੜੀ ਲਹਿਰ ਹੈ ਲੋਕ ਲਹਿਰ ਹੈ, ਲੋਕਾਂ ਦਾ ਅੰਦੋਲਨ ਹੈ। ਇਹ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ, ਨਾ ਕਿਸੇ ਇਕੱਲੇ ਇੱਕ ਬੰਦੇ ਦਾ, ਇਹ ਲੋਕਾਂ ਦਾ ਅੰਦੋਲਨ ਹੈ, ਲੋਕ ਲਹਿਰ ਹੈ। ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਕੋਈ ਨਾ ਸੌਖੀ ਗੱਲ ਨਹੀਂ ਹੈ। ਲੋਕਾਂ ਵੱਲੋਂ ਹੀ ਆਵਾਜ਼ ਆਈ ਸੀ, ਅਸੀਂ ਜਨਤਾ ਦੀ ਰਾਏ ਲਈ ਕਿ ਅਸੀਂ ਨੂੰ ਕੀ ਕਰਨਾ ਚਾਹੀਦਾ। ਮੀਟਿੰਗ ਕੀਤੀ ਗਈ, ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਪਹਿਲਾਂ ਆਪਣਾ ਵਫਦ ਜਿਹੜਾ SSP ਨੂੰ ਮਿਲੇਗਾ। ਜੇ ਸਾਡੀ ਗੱਲ ਨਹੀਂ ਮੰਨੀ ਜਾਂਦੀ, ਜੇ ਸਾਡੇ ਬੰਦਿਆਂ ਨੂੰ ਰਿਹਾ ਕਰਨ ਦੀ ਤੇ ਸਾਡੇ ਜਿਹੜੇ ਬੰਦਿਆਂ ਦੇ ਉੱਪਰ ਛਾਪੇਮਾਰੀ ਹੋ ਰਹੀ ਹੈ, ਲੋਕਾਂ ਨੂੰ ਥ੍ਰੈਟ ਦਾ ਮਾਹੌਲ ਕ੍ਰੀਏਟ ਕੀਤਾ ਸੀ, ਜੇ ਉਹ ਨਹੀਂ ਬੰਦ ਹੁੰਦਾ ਤੇ ਅਸੀਂ ਦੋਨੋਂ ਟੀ ਪੁਆਇੰਟ ਜਾਮ ਕਰਾਂਗੇ। ਸਾਡੇ ਬੰਦੇ ਲਗਭਗ ਇਕੱਠੇ ਹੋ ਚੁੱਕੇ ਸੀ, ਪਹੁੰਚ ਚੁੱਕੇ ਸੀ ਪੁਆਇੰਟਾਂ ਤੇ, ਪਰ ਇੰਨੇ ਨੂੰ ਹੋਇਆ ਕਿ ਪ੍ਰਸ਼ਾਸਨ ਤੇ ਇੰਨਾ ਕੁ ਪ੍ਰੈਸ਼ਰ ਬਣ ਗਿਆ ਕਿ ਜਲੰਧਰ ਤੱਕ ਤੋਂ ਕਾਲਾਂ ਆ ਚੁੱਕੀਆਂ ਸੀ, ਸਾਰੇ ਪਾਸਿਆਂ ਤੋਂ ਲੋਕ ਤੁਰ ਪਏ ਸੀ ਤੇ ਪ੍ਰਸ਼ਾਸਨ ਨੇ ਆਖਿਰਕਾਰ ਸਾਡੀ ਗੱਲ ਮੰਨੀ। ਉਹਨਾਂ ਤੇ ਪੋਲੀਟੀਕਲ ਪ੍ਰੈਸ਼ਰ ਸੀ, ਇਹ ਉਹਨਾਂ ਦੀਆਂ ਗੱਲਾਂ ਤੋਂ ਝਲਕ ਰਿਹਾ ਸੀ। ਬੇਸ਼ੱਕ ਉਹਨਾਂ ਨੇ ਮੂੰਹੋਂ ਨਹੀਂ ਕਿਹਾ, ਪਰ ਉਹਨਾਂ ਦੀਆਂ ਗੱਲਾਂ ਤੋਂ ਝਲਕ ਰਿਹਾ ਸੀ ਕਿ ਅਮਿਤ ਸ਼ਾਹ ਦੀ ਇੰਟਰਫੇਰੈਂਸ ਹੋਈ ਹੈ। ਕਿਰਨ ਖੇਰ ਜਿਹੜੀ ਹੁਣ ਤੱਕ ਲੰਬੀ ਬਿਮਾਰੀ 'ਚ ਸੁੱਤੀ ਪਈ ਸੀ, ਅਚਾਨਕ ਉਹਨੂੰ ਜਾਗ ਆ ਜਾਂਦੀ ਹੈ ਕਿ ਮੇਅਰ ਦੀ ਗੱਡੀ ਦਾ ਸ਼ੀਸ਼ਾ ਤੋੜ ਤਿਆ, ਜਾਂ ਸੰਜੇ ਟੰਡਨ ਜਿਹੜਾ ਅੱਜ ਤੱਕ ਕਦੇ ਨਿਕਲੇ ਨਹੀਂ ਸੀ ਬਾਹਰ ਕਿਸੇ ਪ੍ਰੋਗਰਾਮ ਦੇ ਵਿੱਚ, ਅਚਾਨਕ ਪ੍ਰੋਗਰਾਮ ਰੱਖ ਲੈਂਦਾ। ਸੋ ਇਹਨਾਂ ਚੀਜ਼ਾਂ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਆ। ਮੈਂ ਸਾਡੇ ਕਿਸਾਨ ਵੀਰਾਂ ਨੂੰ ਵੀ ਮੈਂ ਬੇਨਤੀ ਕਰਾਂ, ਅਪੀਲ ਕਰਾਂ ਕਿ ਸਾਡਾ ਪ੍ਰੋਟੈਸਟ ਜਿਹੜਾ ਸਿੰਬੋਲਿਕ ਰਹੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਹੋਈਆਂ ਹਦਾਇਤਾਂ ਮੁਤਾਬਕ ਰਹੇ। ਅਸੀਂ ਉਹ ਤੋਂ ਬਾਹਰ ਨਾ ਜਾਈਏ, ਜਾਬਤੇ 'ਚ ਰਹਿ ਕੇ ਆਪਾਂ ਪ੍ਰਦਰਸ਼ਨ ਕਰੀਏ। ਸਾਡਾ ਉਹ ਪ੍ਰਦਰਸ਼ਨ ਵੀ ਇਹਨਾਂ ਨੂੰ ਚੁਭਦਾ ਹੈ। ਹੁਣ ਇਹ ਜਿਹੜੀ ਕਾਰਵਾਈ ਹੈ ਇਹਨਾਂ ਦੀ ਆਪਣੀ ਕਰਵਾਈ ਹੋਈ ਕਾਰਵਾਈ ਸੀ, ਜਿਹੜੀ ਇਹਨਾਂ ਦੀ ਗੱਡੀਆਂ ਭੰਨਣ ਵਾਲੇ ਇਹਨਾਂ ਦੇ ਆਪਣੇ ਗੁੰਡੇ ਹੈ। ਦੈਨਿਕ ਭਾਸਕਰ ਅਖਬਾਰ ਦੇ ਵਿੱਚ ਫੋਟੋਆਂ ਸ਼ਾਰਟਲਿਸਟ ਹੋ ਚੁੱਕੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਜੋ ਬਣਦੀ ਕਾਰਵਾਈ ਆ ਕਰਦੇ ਰਹਿਣ ਸਾਨੂੰ, ਕਿਉਂਕਿ ਜਿਹੜਾ ਸਾਡਾ ਕਿਸਾਨ ਵੀਰ ਹੈ ਉਹ ਆਪਣੇ ਹੱਕ ਦੀ ਲੜਾਈ ਲੜ ਰਿਹਾ। ਉਹਨੇ ਮੋਦੀ ਦੀ ਹੈਂਕੜ ਭੰਨਣੀ, ਉਹਨੇ ਗੱਡੀਆਂ ਨਹੀਂ ਭੰਨਣੀਆਂ, ਉਹਨੇ ਇਹਨਾਂ ਦਾ ਹੰਕਾਰ ਭੰਨਣਾ ਹੈ। ਹੰਕਾਰ ਭੰਨਣਾ ਦਾ ਅਸੀਂ ਜਾਬਤੇ 'ਚ ਰਹਿ ਕੇ ਖੜੇ ਹਾਂ ਤੇ ਉਹਦੇ ਨਾਲ ਹੀ ਹੰਕਾਰ ਫੁੱਟ ਰਿਹਾ ਇਹਨਾਂ ਦਾ। ਤੇ ਕਮਲੀ ਦੇ ਕਿਵੇਂ ਦੇਖਦੇ ਹੋ ਕਿ ਹੁਣ ਤੁਹਾਡਾ ਸੈਕਟਰ 48 ਦੇ ਵਿੱਚ ਜਿਹੜਾ BJP ਦਾ ਵਿਰੋਧ ਹੋਇਆ ਕਿਸਾਨਾਂ ਵੱਲੋਂ, ਤਾਂ ਹੁਣ ਮੁੜ ਤੋਂ 45 ਸੈਕਟਰ ਫਿਰ ਕਹਿੰਦਾ ਰੱਖ ਲਿਆ ਸੀ ਪ੍ਰੋਗਰਾਮ, ਪੁਲਿਸ ਲਗਾ ਕੇ ਫਿਰ ਕਰ ਦਿੱਤਾ। ਕਿਆ ਲੱਗਦਾ ਕਿ ਮੁੜ ਤੋਂ ਜਿਹੜੀ ਚਾਹੁੰਦੀ ਹੈ ਕਿ ਪੁਲਿਸ ਕਿਸਾਨ ਕੋਈ ਇਦਾਂ ਦੀ ਹਰਕਤ ਕਰਨ, ਤਾਂ ਕਰਕੇ ਕੋਈ ਇਦਾਂ ਦੀ ਲਾਅ ਐਂਡ ਆਰਡਰ ਸਥਿਤੀ ਖਰਾਬ ਹੋਵੇ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹੜਾ BJP ਦਾ ਵਿਰੋਧ ਹੋ ਰਿਹਾ ਦੋ ਰੂਪਾਂ 'ਚ ਨਜ਼ਰ ਆ ਰਿਹਾ ਹੈ। ਇੱਕ ਉਸ ਰੂਪ ਦੇ ਵਿੱਚ ਜਿਹੜੇ ਕਿਸਾਨ ਝੰਡੇ ਲੈ ਕੇ ਬਾਹਰ ਖੜ ਰਹੇ ਨੇ, ਦੂਜਾ ਇਸ ਰੂਪ ਦੇ ਵਿੱਚ ਜਿਹੜੀਆਂ BJP ਦੀਆਂ ਲਾਈਆਂ ਹੋਈਆਂ ਕੁਰਸੀਆਂ ਖਾਲੀ ਰਹਿ ਰਹੀਆਂ ਨੇ। ਤੁਸੀਂ 48 ਵਾਲੇ ਪ੍ਰੋਗਰਾਮ ਨੂੰ ਆਪ ਦੇਖਿਆ ਹੋਣਾ ਵੀ ਉਸ ਪ੍ਰੋਗਰਾਮ ਜਿਹਦੇ ਪਿੱਛੇ BJP ਨੇ ਸਾਰਾ ਸ਼ਹਿਰ ਸਿਰ ਤੇ ਟੰਗਿਆ ਹੋਇਆ ਸੀ, ਉਸ ਪ੍ਰੋਗਰਾਮ ਦੇ ਵਿੱਚ ਮੁਸ਼ਕਿਲ ਨਾਲ 25 ਬੰਦੇ ਕੁਰਸੀਆਂ ਤੇ ਬੈਠੇ ਸੀ, ਕੁਰਸੀਆਂ ਖਾਲੀ ਸੀ। ਦੂਜੇ ਪਾਸੇ ਕਿਸਾਨ ਵੱਡੀ ਗਿਣਤੀ 'ਚ ਬਾਹਰ ਖੜੇ ਹੋ ਕੇ ਪ੍ਰਦਰਸ਼ਨ ਕਰ ਰਹੇ ਸੀ, ਸ਼ਾਂਤਮਈ ਕਰ ਰਹੇ ਸੀਗੇ। ਇਸੇ ਤਰੀਕੇ ਨਾਲ ਅੱਜ ਜਿਹੜਾ ਬੜੈਲ ਪ੍ਰੋਗਰਾਮ ਇਹਨਾਂ ਨੇ ਕੀਤਾ, ਉਸ ਪ੍ਰੋਗਰਾਮ ਦੇ ਬਾਹਰ ਇਹਨਾਂ ਨੇ ਕਿਸਾਨਾਂ ਨੂੰ ਕਿਤੇ ਇਕੱਠੇ ਨਹੀਂ ਹੋਣ ਦਿੱਤਾ, ਲੇਕਿਨ ਬੜੈਲ ਦੇ ਅੰਦਰਲੇ ਲੋਕਾਂ ਨੇ, ਪਿੰਡ ਦੇ ਅੰਦਰਲੇ ਲੋਕਾਂ ਨੇ ਜਗ੍ਹਾ ਜਗ੍ਹਾ ਆਪਦੇ ਘਰ ਚੋਂ ਖੜ ਕੇ ਤੱਕ ਨਾਰੇ ਲਗਾਏ ਨੇ। ਇਹਨਾਂ ਨੂੰ ਖਿੜਕੀਆਂ ਤੇ ਦਰਵਾਜ਼ਿਆਂ ਦੀਆਂ ਬਰੂਹਾਂ ਦੇ ਵਿੱਚੋਂ ਇਹਨਾਂ ਨੂੰ ਨਾਰੇ ਦੇਣ ਦੇ ਸਾਹਮਣਾ ਕਰਨਾ ਪਿਆ ਤੇ ਇਹਨਾਂ ਦਾ ਪ੍ਰੋਗਰਾਮ ਦਾ ਪੰਡਾਲ ਖਾਲੀ ਰਿਹਾ ਬੜੈਲ ਦੇ ਵਿੱਚ। ਸੋ ਇਸ ਗੱਲ ਨੂੰ BJP ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਮਾਮਲਾ ਹੈ ਔਰ ਫੋਰਸ ਜਿੰਨੀ ਲਾ ਰਹੇ ਨੇ, ਮਤਲਬ ਸਾਰੇ ਸ਼ਹਿਰ ਨੂੰ ਇਹਨਾਂ ਨੇ ਮੇਰੇ ਸਾਹਮਣੇ, ਮੇਰੀ ਅੱਖਾਂ ਦੇ ਸਾਹਮਣੇ, ਸਾਨੂੰ ਵੀ ਅਸੀਂ ਉੱਤੇ ਅਰੈਸਟ ਕੀਤਾ ਸੀ ਕੁਝ ਦੇਰ ਲਈ ਅੱਜ, ਤੇ ਉੱਥੇ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਦੇਖਿਆ ਕਿ ਇੱਕ ਮਰੀਜ਼ ਔਰਤ ਜਿਹੜੀ ਆਲਮੋਸਟ ਬੇਹੋਸ਼ ਸੀਗੀ, ਚਿੱਟੇ ਰੰਗ ਦੀ ਗੱਡੀ ਦੇ ਵਿੱਚ ਸੀ, ਚੰਡੀਗੜ੍ਹ ਨੰਬਰ ਗੱਡੀ ਸੀ, ਕੋਈ ਲੋਕਲ ਬੰਦੇ ਸੀਗੇ, ਉਹਨਾਂ ਨੇ ਸਾਡੇ ਸਾਹਮਣੇ ਹੱਥ ਜੋੜੇ ਪੁਲਿਸ ਵਾਲਿਆਂ ਨੂੰ ਵੀ ਸਾਨੂੰ ਅੱਗੇ ਜਾਣ ਦਿਓ, ਸਾਡੀ ਮਰੀਜ਼ ਜਿਹੜਾ ਹੈ। ਔਰ ਇਹਨਾਂ ਨੇ ਆਪਣੀ ਹੈਂਕੜ ਨਹੀਂ ਛੱਡੀ, ਇਹਨਾਂ ਨੇ ਉਹਦੇ ਜਿਹੜੇ ਬੈਰੀਕੇਡ ਨੇ ਉਹ ਨਹੀਂ ਪਾਸੇ ਕੀਤੇ ਤੇ ਜਿਹੜੀ ਉਹ ਬੀਬੀ ਹੈ ਉਹਨੂੰ ਬੜੀ ਔਖੀ ਗਲੀਆਂ 'ਚ ਦੀ ਕੱਢ ਕੇ ਉਹ ਲੈ ਕੇ ਗਏ। ਸੋ ਇਹ ਜਿਹੜੀ ਹਾਲਤ BJP ਕਰਵਾ ਰਹੀ ਹੈ ਲੋਕਾਂ ਦੀ, ਅਸਲ ਦੇ ਵਿੱਚ ਤਾਂ ਇਹਨਾਂ ਲੋਕਾਂ ਨੇ BJP ਨੂੰ ਥੋੜੇ 4 ਸਾਲ ਪਹਿਲਾਂ ਵੋਟਾਂ ਪਾ ਕੇ ਜਿਤਾਇਆ ਸੀਗਾ। BJP ਨੂੰ ਸ਼ਰਮ ਕਰਨੀ ਚਾਹੀਦੀ ਹੈ। ਇਹੀ ਬੜੈਲ ਦੇ ਲੋਕ ਨੇ ਜਿੱਥੋਂ ਇਹਨਾਂ ਦਾ ਕਾਉਂਸਲਰ ਰਾਣਾ ਜਿੱਤਿਆ, ਇਹੀ ਚੰਡੀਗੜ੍ਹ ਸ਼ਹਿਰ ਦੇ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ 26 ਦੇ ਵਿੱਚੋਂ 22 ਮੈਂਬਰ BJP ਦੇ ਜਿਤਾਏ ਸੀਗੇ। ਸੋ ਉਸੇ ਸ਼ਹਿਰ 'ਚ ਜੇ ਇਹਨਾਂ ਨੂੰ ਆਪਣਾ ਪ੍ਰੋਗਰਾਮ ਵਿਕਾਸ ਦੇ ਨਾਂ ਦੇ ਉੱਤੇ ਕਰਕੇ ਵੀ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਲਾ ਕੇ ਕਰਨਾ ਪੈ ਰਿਹਾ, ਤਾਂ ਫਿਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ, ਤੇਲ ਦੀ ਧਾਰ ਕਿੱਧਰ ਨੂੰ ਡਿੱਗ ਰਹੀ ਹੈ। ਸੋ ਇਸ ਗੱਲ ਨੂੰ BJP ਜਿੰਨੀ ਛੇਤੀ ਸਮਝੇਗੀ ਉਹਨਾਂ ਉਹਦੀ ਸਿਹਤ ਲਈ ਚੰਗਾ ਹੈ। ਤੇ
ਤੇ ਸਾਹਿਬ ਨੇ ਜਿਹੜੇ ਹੁਣ ਤੁਹਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੇ ਪਰਚੇ ਪਾਏ ਸੀ 28 ਪਰਚੇ ਪਤਾ ਨਹੀਂ ਕਿੰਨੇ ਦੱਸਿਆ ਗਿਆ ਸੀ ਕਿ ਉਹ ਰੱਦ ਕੀਤੇ ਨੇ ਜਾਂ ਕੋਈ ਜਿਸ ਤਰੀਕੇ ਨਾਲ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਵਿੱਚ ਕੀ ਰਾਹਤ ਦਿੱਤੀ ਹੈ ਪ੍ਰਸ਼ਾਸਨ ਨੇ? ਦੇਖੋ ਪਰਚੇ ਜਿਹੜੇ ਨੇ ਉਹ ਇੱਕ 26 ਤਰੀਕ ਨੂੰ ਪਏ ਸੀਗੇ 26 ਜੂਨ ਨੂੰ, ਇੱਕ ਪਰਸੋਂ ਜਿਹੜਾ ਬੀਜੇਪੀ ਵਾਲੇ ਪ੍ਰੋਗਰਾਮ ਦੇ ਘਰਾਓ ਮੌਕੇ ਪਏ ਸੀ, ਉਸ ਤੋਂ ਪਹਿਲਾਂ ਪਰਚੇ ਜਿਹੜੇ ਨੇ ਉਹ ਪੈ ਚੁੱਕੇ ਸੀ, ਜਿਹੜਾ ਪ੍ਰਤੀਕ ਉਹਨਾਂ ਦੇ ਉੱਤੇ ਪਏ ਸੀ ਜਦੋਂ ਬੀਜੇਪੀ ਦੇ ਦਫ਼ਤਰ ਦੇ ਬਾਹਰ ਪੁਤਲਾ ਸਾੜਿਆ ਸੀਗਾ। ਸੋ ਇਹ 3 ਮੌਕਿਆਂ ਦੇ ਉੱਤੇ ਪਰਚੇ ਬਣੇ ਨੇ। ਸਾਰੇ ਪਰਚਿਆਂ ਦੇ ਵਿੱਚ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਕੋਈ ਇਸ ਕਿਸਮ ਦੀ ਵਾਇਲੈਂਸ ਨਹੀਂ ਹੋਈ ਜਿਹਦੇ ਵਾਸਤੇ ਉਹਨਾਂ ਨੂੰ ਜਿਹੜੀਆਂ ਧਾਰਾਵਾਂ ਲਾਈਆਂ ਨੇ ਉਹ ਲਾਉਣੀਆਂ ਪੈਣ। ਲੇਕਿਨ ਅੱਜ ਵੀ ਐਸਐਸਪੀ ਸਾਹਿਬ ਦੇ ਨਾਲ ਜਦੋਂ ਸਵੇਰੇ ਗੱਲ ਹੋਈ ਹੈ ਤਾਂ ਉਹਨਾਂ ਦਾ ਐਟੀਟਿਊਡ ਇਹੀ ਸੀਗਾ ਕਿ ਅਸੀਂ ਇਸ ਨੂੰ ਜਾਂਚ ਕਰ ਸਕਦੇ ਹਾਂ, ਕੁਝ ਕਰ ਸਕਦੇ ਹਾਂ, ਲੇਕਿਨ ਹਾਲੇ ਉਹ ਰੱਦ ਕਰਨ ਦੇ ਸਿੱਧੇ ਮੂਡ 'ਚ ਨਹੀਂ। ਦੂਜੇ ਪਾਸੇ ਅਸੀਂ ਜੋ ਉਹਨਾਂ ਨੂੰ ਕਹਿ ਕੇ ਆਏ ਆ ਕਿ ਜਿਹੜੀ ਤੁਸੀਂ ਵਿਚ ਹੰਟਿੰਗ ਕਰ ਰਹੇ ਹੋ, ਜਿਹੜਾ ਤੁਸੀਂ ਘਰ ਜਾ ਕੇ ਛਾਪਾਮਾਰੀ ਕਰ ਰਹੇ ਹੋ, ਇਹਦੇ ਨਾਲ ਮਾਹੌਲ ਪ੍ਰਵੋਕ ਹੋ ਰਿਹਾ ਹੈ। ਸਾਡਾ ਸ਼ਾਂਤਮਈ ਅੰਦੋਲਨ ਹੈ, ਇਹਦੇ ਨਾਲ ਨੌਜਵਾਨ ਭੜਕਦੇ ਨੇ, ਅਸੀਂ ਨਹੀਂ ਭੜਕਾਵਾਂਗੇ, ਅਸੀਂ ਉਹਨਾਂ ਨੂੰ ਕੰਟਰੋਲ 'ਚ ਕਰਦੇ ਰਹੇ ਹਾਂ। ਲੇਕਿਨ ਜਦੋਂ ਤੁਸੀਂ ਇਹੋ ਜਿਹੀਆਂ ਕਾਰਵਾਈਆਂ ਕਰੋਗੇ, ਕਿਸੇ ਦੇ ਘਰੇ ਜਾ ਕੇ ਛਾਪਾ ਮਾਰੋਗੇ, ਲੋਕੀ ਦੇਖ ਰਹੇ ਨੇ ਵੀ ਸਾਡੇ ਤਾਂ ਲੋਕ ਮਰ ਰਹੇ ਨੇ ਸਰਹੱਦ ਦੇ ਉੱਤੇ, ਲੋਕੀ ਦੇਖ ਰਹੇ ਨੇ ਵੀ ਸਾਡੇ ਤਾਂ ਲੋਕਾਂ ਦੇ ਮਤਲਬ ਜਿਹੜੀ ਰੋਜੀ ਰੋਟੀ ਦੇ ਉੱਤੇ ਆਂਚ ਆਈ ਪਈ ਹੈ, ਲੋਕੀ ਦੇਖ ਰਹੇ ਨੇ ਵੀ ਬੀਜੇਪੀ ਆਪਣੇ ਪ੍ਰੋਗਰਾਮ ਕਰ ਰਹੀ ਹੈ, ਖੁਸ਼ੀ ਮਨਾ ਰਹੀ ਹੈ, ਲੱਡੂ ਵੰਡ ਰਹੀ ਹੈ। ਸੋ ਲੋਕਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਹਦਾ ਅਨਰੈਸਟ ਨਹੀਂ ਹੋਊਗੀ? ਲੋਕਾਂ ਦੇ ਵਿੱਚ ਉਪੱਦਰ ਨਹੀਂ ਮਚੇਗਾ ਇਸ ਗੱਲ ਨੂੰ ਲੈ ਕੇ? ਤੇ ਉੱਪਰੋਂ ਜਦੋਂ ਪੁਲਿਸ ਉਹਨਾਂ ਦੇ ਘਰਾਂ ਦੇ ਵਿੱਚ ਡਾਕੇ ਮਾਰੇਗੀ, ਛਾਪੇ ਮਾਰੇਗੀ, ਤਾਂ ਲੋਕ ਲਾਜ਼ਮੀ ਤੌਰ ਦੇ ਉੱਤੇ ਉਹਨੂੰ ਨਹੀਂ ਬਰਦਾਸ਼ਤ ਕਰਨਗੇ। ਸੋ ਇਹ ਗੱਲ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਹੈ। ਅਸੀਂ ਉਮੀਦ ਕਰਦੇ ਹਾਂ ਪ੍ਰਸ਼ਾਸਨ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਲਏਗਾ ਤੇ ਇਸ ਕਿਸਮ ਦੀ ਵਿੱਚ ਹੰਟਿੰਗ ਬੰਦ ਹੋਏਗੀ। ਸਗੋਂ ਚੰਡੀਗੜ੍ਹ ਵਾਲੇ ਪ੍ਰੋਗਰਾਮ ਦੀ ਮੈਂ ਗੱਲ ਕਰਦਾ, ਮੈਂ ਨਹੀਂ ਕਹਿੰਦਾ ਹਰ ਜਗ੍ਹਾ ਕੋਈ ਸਿਰਫ ਅਰਾਜਕ ਤੱਤ ਜਾਂ ਕੁਝ, ਮੈਂ ਨਹੀਂ ਕਹਿ ਰਿਹਾ, ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਵਾਕਈ ਸਾਡੇ ਨੌਜਵਾਨਾਂ ਦੇ ਮਨਾਂ 'ਚ ਗੁੱਸਾ ਹੈ। ਵਾਕਈ ਕਈ ਵਾਰੀ ਉਹਨਾਂ ਨੂੰ ਗੁੱਸਾ ਆ ਜਾਂਦਾ ਤੇ ਉਹ ਬਦਮੀ ਕਾਰਵਾਈਆਂ ਵੀ ਕਰ ਦਿੰਦੇ ਨੇ। ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਅਸੀਂ ਉਹਨਾਂ ਨੂੰ ਜ਼ਾਬਤੇ 'ਚ ਕਹਿੰਦੇ ਆ ਵੀ ਆਪਾਂ ਲੰਬਾ ਚੱਲਣਾ ਹੈ, ਕਾਹਲੀ ਨਾ ਕਰੋ, ਇੱਕ ਐਡੀ ਜਲਦੀ ਹੱਲ ਨਹੀਂ ਹੋਣ ਵਾਲਾ ਮਸਲਾ। ਲੇਕਿਨ ਜਿਹੜਾ ਚੰਡੀਗੜ੍ਹ ਵਾਲਾ ਪ੍ਰੋਗਰਾਮ ਹੈ, ਇਹਦੇ 'ਚ 2 ਤਸਵੀਰਾਂ ਐਸੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਸੰਬੰਧ ਬੀਜੇਪੀ ਦੇ ਨਾਲ, ਜੋ ਸ਼ਰੇਆਮ ਤਸਵੀਰਾਂ ਦੇ ਵਿੱਚ ਗੱਡੀਆਂ ਦੇ ਉੱਤੇ ਹਮਲਾ ਕਰਦੇ ਦੇਖੇ ਜਾ ਰਹੇ ਨੇ। ਸੋ ਜਦੋਂ 2 ਤਸਵੀਰਾਂ ਐਸੇ ਬੰਦੇ ਸਾਹਮਣੇ ਆਈਆਂ ਜਿਹੜੇ ਸਾਡੇ ਸੰਬੰਧਿਤ ਨਹੀਂ, ਜਿਹੜੇ ਬੀਜੇਪੀ ਨਾਲ ਸੰਬੰਧਿਤ ਨੇ, ਤਾਂ ਇਹਦਾ ਜਵਾਬ ਜਿਹੜਾ ਹੈਗਾ ਪੁਲਿਸ ਨੂੰ ਵੀ ਦੇਣਾ ਪਏਗਾ ਤੇ ਬੀਜੇਪੀ ਨੂੰ ਵੀ ਦੇਣਾ ਪਏਗਾ। ਸੋ ਇਹ ਗੱਲ ਅਸੀਂ ਉਹਨਾਂ ਦੇ ਧਿਆਨ 'ਚ ਲਿਆਈ ਹੈ ਵੀ ਤੁਸੀਂ ਜੇ ਕਰਨਾ ਹੈ ਕੁਝ ਤਾਂ ਇਹਨਾਂ ਤੇ ਕਾਰਵਾਈ ਕਰੋ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਅਰੈਸਟ ਕੀਤੇ ਗਏ ਸੀ, ਜੇਲ੍ਹ ਦੇ ਵਿੱਚ ਭੇਜੇ ਗਏ ਸੀ, ਉਹਨਾਂ ਦੀ ਜ਼ਮਾਨਤ ਹੋਈ ਹੈ। ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਅੱਜ ਹੀ ਅਰੈਸਟ ਹੋਏ ਸੀ, ਅੱਜ ਹੀ ਜਿਹੜੇ ਉਹਨਾਂ ਨੂੰ ਬਾਹਰ ਕੱਢ ਕੇ ਲਿਆਏ, ਜਿਹਨਾਂ ਦੇ ਜਿਹੜੇ ਨੌਜਵਾਨ ਅੰਦਰ ਨੇ ਉਹਨਾਂ ਦੀ ਵੀ ਜਲਦੀ ਜ਼ਮਾਨਤ ਹੋ ਜਾਏਗੀ। ਤੇ ਬੜੈਲ ਜੇਲ੍ਹ ਤੋਂ ਬਾਹਰ ਕੱਢ ਕੇ ਸੁਹਾਣਾ ਗੁਰਦੁਆਰੇ ਵਿੱਚ ਉਹਨਾਂ ਨੌਜਵਾਨ ਕਿਸਾਨਾਂ ਦਾ ਮੱਥਾ ਟਿਕਾਇਆ। ਉਸ ਤੋਂ ਬਾਅਦ ਜਿਹੜਾ ਸੁਹਾਣਾ ਗੁਰਦੁਆਰੇ ਕੋਲ ਸੰਘਰਸ਼ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ, ਉਹਦੇ ਵਿੱਚ ਹੁਣ ਫਿਰ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਤੇ ਜਿਹੜੇ ਨੌਜਵਾਨ ਬਾਹਰ ਆਏ ਨੇ ਉਹਨਾਂ ਦੇ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਨੇ। ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਕਿੰਨਾ ਕਿਸਾਨਾਂ ਦੇ ਹੱਕ ਵਿੱਚ ਜਾਂਦਾ ਹੈ। ਸਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ ਹੈ, ਚੰਨਵਾ ਨਿਊਜ਼ ਮੋਹਾਲੀ।